ਹੁਣ ਕਈ ਵਾਰ ਕਈ ਦੇਖਦੇ ਹੈ ਉਹਨਾਂ ਦੇ ਬੱਚਾ ਹੋ ਗਿਆ, ਰੱਬ ਨੇ ਉਹਨਾਂ ਨੂੰ ਦਾਤ ਦੇ ਦਿੱਤੀ, ਉਹਨਾਂ ਨੂੰ ਖੁਸ਼ੀਆਂ ਦੇਤੀਆਂ, ਸੜਦੇ ਐ, ਜਲਨ ਕਰਦੇ ਐ, ਤਾਂ ਫਿਰ ਐਸਾ ਇਨਸਾਨ ਕੀ ਕਰਦਾ ਹੈ, ਉਹਨੂੰ ਕਦੀ ਉਹ ਖੁਸ਼ੀ ਮਿਲ ਹੀ ਨਹੀਂ ਪਾਉਂਦੀ, ਕਿਉਂਕਿ ਰੱਬ ਕਹਿੰਦਾ ਅੱਛਾ ਜਲ ਰਿਹਾ ਹੈ, ਉਹਨੂੰ ਦੇਖ ਕੇ ਖੁਸ਼ੀ ਨਹੀਂ, ਤੇ ਇਹਦਾ ਮਤਲਬ ਇਹ ਚੀਜ਼ ਇਹਦੇ ਵਾਸਤੇ ਖੁਸ਼ੀ ਵਾਲੀ ਨਹੀਂ ਹੈ। ਜਦੋਂ ਬੰਦਾ ਉਹਦੀ ਖੁਸ਼ੀ 'ਚ ਆਪ ਖੁਸ਼ ਹੁੰਦਾ ਹੈ ਤਾਂ ਰੱਬ ਕਹਿੰਦਾ ਜੇ ਉਹਦੀ ਖੁਸ਼ੀ 'ਚ ਇੰਨਾ ਖੁਸ਼ ਹੈ ਤਾਂ ਜਦੋਂ ਮੈਂ ਇਹਦੀ ਝੋਲੀ ਖੁਸ਼ੀਆਂ ਨਾਲ ਭਰੂੰਗਾ ਤੈਨੂੰ ਕਿੰਨੀ ਖੁਸ਼ੀ ਹੋਏਗੀ। ਯਾਦ ਰੱਖੋ, ਅਗਰ ਕੋਈ ਤੁਹਾਡੇ ਆਂਢ ਗੁਆਂਢ 'ਚ ਬਿਮਾਰ ਹੋ ਗਿਆ ਜਾਂ ਕਿਸੇ ਦਾ ਕੋਈ ਹਾਦਸਾ ਹੋ ਕੇ ਕੋਈ ਸੱਟ ਚੋਟ ਲੱਗ ਗਈ, ਤੁਸੀਂ ਜਾਂਦੇ ਹੋ ਖਬਰ ਲੈਣ ਔਰ ਮਨ 'ਚ ਆ ਕੇ ਕਹਿੰਦੇ ਚੰਗਾ ਹੋ ਗਿਆ, ਚੰਗਾ ਹੋਇਆ ਲੱਤ ਟੁੱਟੀ, ਚੰਗਾ ਹੋਇਆ ਇਦਾਂ ਹੋ ਗਿਆ, ਤਾਂ ਫਿਰ ਤੁਸੀਂ ਕਿਹੜੀ ਚੀਜ਼ ਨੂੰ ਬੁਲਾ ਰਹੇ ਹੋ ਆਪਣੀ ਤਰਫ? ਜੋ ਉਹਦੀ ਘਟਨਾ 'ਚ ਤੁਹਾਨੂੰ ਚੰਗਾ ਲੱਗ ਰਿਹਾ ਨਾ, ਚੰਗਾ ਹੋਇਆ, ਤਾਂ ਰੱਬ ਨੇ ਕਹਿਣਾ ਆਹ ਚੀਜ਼ ਇਹਨੂੰ ਚੰਗੀ ਲੱਗਦੀ ਹੈ ਔਰ ਇਹ ਚੀਜ਼ ਇਹਨੂੰ ਚੰਗੀ ਲੱਗਦੀ ਤੇ ਇਹਨੂੰ ਵੀ ਇਹ ਜ਼ਰੂਰ ਦੇਵਾਂ। ਬੋਲੋ ਸਮਝਦੇ ਹੋ ਕਿ ਨਹੀਂ? ਇੱਥੇ ਮਹਾਤਮਾ ਗਾਂਧੀ ਦੇ ਜੀਵਨ ਦੀ ਘਟਨਾ ਦੱਸਾਂਗੇ, ਸੱਚੀ ਘਟਨਾ, ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਜੋ ਚੀਜ਼ ਚੰਗੀ ਲੱਗਦੀ ਕਿੱਦਾਂ ਜ਼ਿਆਦਾ ਮਿਲਦੀ ਹੈ ਸਾਨੂੰ। ਕਹਿੰਦੇ ਮਹਾਤਮਾ ਗਾਂਧੀ, ਉਹਨਾਂ ਦਾ ਇੱਕ ਨਿਯਮ ਸੀ ਮਹਾਤਮਾ ਗਾਂਧੀ ਦੇ ਆਸ਼ਰਮ ਦਾ, ਯਾਨੀ ਜਿੱਥੇ ਉਹ ਰਹਿੰਦੇ ਸੀ, ਕਿ ਜਦੋਂ ਭੋਜਨ ਕੀਤਾ ਜਾਂਦਾ ਸੀ ਤਾਂ ਭੋਜਨ ਵਿੱਚ ਨਿੰਮ ਦੀ ਚਟਨੀ ਵੀ ਜ਼ਰੂਰ ਰੱਖਦੇ ਹੁੰਦੇ ਸੀ। ਨਿੰਮ ਪਤਾ ਹੀ ਹੈ ਕਿੰਨੀ ਕੜਵੀ ਹੁੰਦੀ ਹੈ, ਕੌਲੀ ਵਿੱਚ ਨਿੰਮ ਦੀ ਚਟਨੀ ਬਣਾ ਕੇ ਮਹਾਤਮਾ ਗਾਂਧੀ ਦੇ ਭੋਜਨ 'ਚ ਸ਼ਾਮਿਲ ਸੀ। ਤਾਂ ਜਿਹਨਾਂ ਵੀ ਉਹਨਾਂ ਨਾਲ ਭੋਜਨ ਕਰਨਾ ਹੁੰਦਾ ਸੀ ਉਹਨਾਂ ਨੂੰ ਵੀ ਨਿੰਮ ਦੀ ਚਟਨੀ ਭੋਜਨ ਦੇ ਨਾਲ ਪਰੋਸੀ ਜਾਂਦੀ ਸੀ, ਦਿੱਤੀ ਜਾਂਦੀ ਸੀ। ਹੁਣ ਨਿੰਮ ਦੀ ਚਟਨੀ ਕੜਵੀ, ਪਰ ਮਹਾਤਮਾ ਗਾਂਧੀ ਖਾ ਲੈਂਦੇ ਸੀ, ਕਿਉਂਕਿ ਕਹਿੰਦੇ ਸਵਾਦਾਂ 'ਚ ਉੱਪਰ ਉੱਠਣਾ ਚਾਹੀਦਾ ਸਾਨੂੰ, ਕੜਵਾ ਕੀ ਕੋਸੈਲਾ ਕੀ ਤਾਂ ਮਿੱਠਾ ਕੀ, ਪਰ ਇਨਸਾਨ ਹੈ ਕਿ ਸਵਾਦਾਂ 'ਚ ਹੀ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਹੈ। ਹੁਣ ਇੱਕ ਪੱਤਰਕਾਰ ਜਦੋਂ ਮਹਾਤਮਾ ਗਾਂਧੀ ਦਾ ਇੰਟਰਵਿਊ ਲੈਣ ਵਾਸਤੇ ਆਇਆ ਤਾਂ ਉਸ ਵੇਲੇ ਭੋਜਨ ਦਾ ਟਾਈਮ ਸੀ। ਮਹਾਤਮਾ ਗਾਂਧੀ ਨੇ ਕਿਹਾ ਇੰਟਰਵਿਊ ਬਾਅਦ 'ਚ ਦੇਵਾਂਗੇ, ਪਹਿਲਾਂ ਭੋਜਨ ਕਰਾਓ ਇਹਨੂੰ ਵੀ। ਹੁਣ ਜਦੋਂ ਪੱਤਰਕਾਰ ਦੇ ਸਾਹਮਣੇ, ਉਸ ਰਿਪੋਰਟਰ ਦੇ ਸਾਹਮਣੇ ਥਾਲੀ ਰੱਖੀ ਗਈ ਭੋਜਨ ਦੀ, ਕੋਲੀਆਂ ਵਿੱਚ ਦਾਲ ਹੈ, ਸਬਜ਼ੀ ਹੈ, ਮਿੱਠਾ ਹੈ, ਯਾਨੀ ਜੋ ਵੀ ਸੀ ਸਭ ਕੁਝ ਸੀ, ਨਾਲ ਚਟਨੀ ਵੀ ਸੀ, ਤਾਂ ਪੱਤਰਕਾਰ ਨੇ ਸੋਚਿਆ ਹਰਾ ਹਰਾ ਕੀ ਹੈ, ਸ਼ਾਇਦ ਪੁਦੀਨੇ ਦੀ ਚਟਨੀ ਹੋਏਗੀ। ਉਹਨਾਂ ਮਾੜੀ ਉਂਗਲੀ ਲਾ ਕੇ ਦੇਖੀ, ਉਹ ਤਾਂ ਕੋੜੀ ਸੀ, ਜ਼ਹਿਰ ਵਰਗੀ। ਉਹ ਕਹਿੰਦੇ ਇਹ ਕੀ? ਤਾਂ ਬਰਤਾਨ ਵਾਲੇ ਨੇ ਕਿਹਾ, ਸੇਵਕ ਨੇ, ਕਹਿੰਦਾ ਜੀ ਇਹ ਨੀਮ ਦੀ ਚਟਨੀ ਹੈ, ਨਿੰਮ ਦੀ ਚਟਨੀ ਹੈ। ਹੁਣ ਪੱਤਰਕਾਰ ਨੇ ਸੋਚਿਆ, ਕਨਫਿਊਜ਼ ਹੋ ਗਿਆ ਵਿਚਾਰਾ, ਕਿ ਜੇ ਮੈਂ ਭੋਜਨ ਤੋਂ ਬਾਅਦ ਖਾਵਾਂ ਇਹਨੂੰ ਤਾਂ ਸਾਰੇ ਭੋਜਨ ਦਾ ਸਵਾਦ ਚਲਾ ਜਾਣਾ, ਕਿਤੇ ਉਲਟੀ ਨਾ ਆ ਜਾਵੇ, ਤਾਂ ਇਹਦੇ ਨਾਲੋਂ ਚੰਗਾ ਮੈਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਪਹਿਲੇ ਪੀ ਲਵਾਂ, ਬਾਅਦ ਚੋਂ ਸਵਾਦ ਨਾਲ ਭੋਜਨ ਖਾਊਂ। ਕਿਉਂਕਿ ਬੰਦੇ ਨੂੰ ਹੁੰਦਾ ਨਾ ਕੋੜੀ ਚੀਜ਼ ਖਾਣੀ ਹੈ ਨਾ ਪਹਿਲੇ ਹੀ ਖਾ ਲਓ, ਬਾਅਦ ਚੋਂ ਭੋਜਨ ਦਾ ਸਵਾਦ ਤਾਂ ਮੂੰਹ 'ਚ ਰਹੇਗਾ। ਜੇ ਲਾਸਟ ਵਿੱਚ ਕੋੜੀ ਚੀਜ਼ ਖਾਧੀ ਤਾਂ ਫਿਰ ਕੀ ਹੋਣਾ? ਉਹ ਭੋਜਨ ਦਾ ਸਵਾਦ ਵੀ ਜਾਣਾ ਆ ਔਰ ਸਾਰਾ ਦਿਨ ਮੂੰਹ ਵੀ ਕੌੜਾ ਰਹਿਣਾ ਹੈ, ਤਾਂ ਕਿਤੇ ਇਹ ਵੀ ਖਤਰਾ ਹੈ ਕਿ ਚਟਨੀ ਪੀ ਕੇ ਉਲਟੀ ਨਾ ਆ ਜਾਵੇ। ਇਸ ਲਈ ਅਗਲੇ ਨੇ ਬੜੀ ਸਮਝਦਾਰੀ ਵਰਤੀ, ਉਹਨੇ ਕੋਲੀ ਚੱਕੀ ਕਿ ਜੇ ਖਾਣੀ ਪੈਣੀ ਹੈ, ਕਿਉਂਕਿ ਉਹਨਾਂ ਇਹ ਵੀ ਪੁੱਛਿਆ ਖਾਣੀ ਪੈਣੀ, ਉਹ ਕਹਿੰਦੇ ਜੀ ਨਿਯਮ ਹੈ ਆਸ਼ਰਮ ਦਾ, ਇਹ ਨਿੰਮ ਦੀ ਚਟਨੀ ਤਾਂ ਖਾਣੀ ਪੈਣੀ ਹੈ, ਇਹਨੂੰ ਛੱਡ ਨਹੀਂ ਸਕਦੇ। ਤਾਂ ਉਹਨਾਂ ਕਿਹਾ ਜੇ ਉਹਨੂੰ ਖਾਣੀ ਪੈਣੀ ਹੈ ਤਾਂ ਪਹਿਲੇ ਹੀ ਖਾ ਲਵਾਂ। ਉਹਨੇ ਕੋਲੀ ਚੱਕੀ, ਪਾਣੀ ਆ ਪਾਇਆ, ਘੋਲ ਕੇ ਨਾ ਅੱਖਾਂ ਬੰਦ ਕਰਕੇ ਕੋੜਾ ਘੁੱਟ ਕਰਕੇ ਸਾਰੀ ਪੀ ਗਿਆ, ਨਾਲ ਹੀ ਪਾਣੀ 2-4 ਘੁੱਟ ਪੀ ਕੇ ਕਰਕੇ ਫਿਰ ਰੋਟੀ ਖਾਣ ਲੱਗਾ। ਜਦੋਂ ਰੋਟੀ ਖਾਣ ਲੱਗਾ ਤਾਂ ਮਹਾਤਮਾ ਗਾਂਧੀ ਨੇ ਕਿਹਾ ਇਹਨੂੰ ਨਿੰਮ ਦੀ ਚਟਨੀ ਬੜੀ ਪਸੰਦ ਆਈ ਹੈ, ਵੱਡੀ ਕੋਲੀ ਦਿਓ ਭਰ ਕੇ। ਹੁਣ ਕਹਿੰਦੇ ਛੋਟੀ ਕੋਲੀ ਸੀ, ਹੁਣ ਵੱਡੀ ਪਾ ਕੇ ਦਿੱਤੀ ਕਿ ਇਹਨੂੰ ਇੰਨੀ ਪਸੰਦ ਆਈ, ਪਹਿਲੇ ਪੀ ਗਿਆ, ਭਾਈ ਇਹਨੂੰ ਵੱਡੀ ਦਿਓ। ਹੁਣ ਉਹਨੇ ਕਿਹੜੀ ਨੀਅਤ ਨਾਲ ਪੀਤੀ? ਉਹਨੇ ਇਸ ਨੀਅਤ ਨਾਲ ਪੀਤੀ ਕਿ ਬੇਕਾਰ ਦੀ ਚੀਜ਼ ਹੈ, ਤਕਲੀਫ ਦੇਣ ਵਾਲੀ ਚੀਜ਼ ਹੈ, ਇਹਨੂੰ ਪਹਿਲਾਂ ਲੈ ਲਾਵਾਂ, ਬਾਅਦ ਚੋਂ ਆਰਾਮ ਨਾਲ ਭੋਜਨ ਕਰੂੰ। ਮਹਾਤਮਾ ਗਾਂਧੀ ਨੇ ਕੀ ਸਮਝਿਆ? ਇਹਨੂੰ ਚਟਨੀ ਬੜੀ ਪਸੰਦ ਆਈ ਹੈ, ਭਾਈ ਹੋਰ ਦਿਓ, ਵੱਡੀ ਕੋਲੀ ਦਿਓ। ਹੁਣ ਉਹ ਤਾਂ ਵਿਚਾਰਾ ਪਰੇਸ਼ਾਨ ਹੋ ਗਿਆ, ਹੈ ਇਹ ਕੀ ਹੋ ਗਿਆ ਜਦੋਂ ਕੋਲੀ ਭਰ ਕੇ ਆ ਗਈ, ਕਿ ਹੁਣ ਤਾਂ ਲਾਸਟ ਵਿੱਚ ਇਹ ਪੀਵਾਂਗੇ, ਜੇ ਹੁਣ ਪੀ ਲੈ ਕਿਤੇ ਫਿਰ ਨਾ ਕੋਲੀ ਆ ਜਾਵੇ, ਇਹ ਤੋਂ ਵੱਡੀ ਨਾ ਆ ਜਾਵੇ। ਇਸ ਕਹਾਣੀ ਤੋਂ ਕੀ ਪਤਾ ਲੱਗਦਾ? ਜਦੋਂ ਅਸੀਂ ਵੀ ਕੁਦਰਤ ਨੂੰ ਕਹਿੰਦੇ ਆ ਨਾ, ਚੰਗਾ ਹੋਇਆ ਇਹਦਾ ਐਕਸੀਡੈਂਟ ਹੋ ਗਿਆ, ਚੰਗਾ ਹੋਇਆ ਇਹਦੀ ਲੱਤ ਟੁੱਟ ਗਈ, ਚੰਗਾ ਹੋਇਆ ਇਹਦਾ ਕੰਮ ਬੰਦ ਹੋ ਗਿਆ, ਤਾਂ ਹੁਣ ਤੁਸੀਂ ਕਿਹੜੀ ਭਾਵਨਾ ਨਾਲ ਕਹਿ ਰਹੇ ਹੋ? ਕੁਦਰਤ ਇਹ ਨਹੀਂ ਦੇਖਦੀ, ਕੁਦਰਤ ਦੇਖਦੀ ਹੈ ਤੁਹਾਡੀ ਸੋਚ ਨੂੰ। ਇਹ ਕਹਿ ਰਿਹਾ ਚੰਗਾ ਹੋਇਆ, ਇਸ ਲਈ ਆਹ ਚੀਜ਼ ਇਹਨੂੰ ਚੰਗੀ ਲੱਗਦੀ, ਇਹਨੂੰ ਹੋਰ ਦਿਓ, ਇਹਨੂੰ ਦਿਓ। ਫਿਰ ਤੁਹਾਡੇ ਨਾਲ ਵੀ ਉਹ ਹਾਦਸੇ ਹੁੰਦੇ ਹੈ, ਫਿਰ ਤੁਹਾਡੇ ਤੇ ਵੀ ਉਹ ਪ੍ਰੋਬਲਮ ਆਉਂਦੀ ਹੈ। ਜੇ ਤੁਸੀਂ ਕਿਸੇ ਦੇ ਦੁੱਖ ਨੂੰ ਦੇਖ ਕੇ ਖੁਸ਼ ਹੁੰਦੇ ਹੋ ਤਾਂ ਯਾਦ ਰੱਖੋ ਤੁਹਾਡੀ ਖੁਸ਼ੀ ਰੱਬ ਨੂੰ ਸੰਦੇਸ਼ ਦਿੰਦੀ ਹੈ ਕਿ ਮੈਨੂੰ ਦੁੱਖਾਂ 'ਚ ਬਹੁਤ ਖੁਸ਼ੀ ਹੁੰਦੀ ਹੈ, ਮੈਂ ਉਹਦੇ ਦੁੱਖ ਨੂੰ ਦੇਖ ਕੇ ਬਹੁਤ ਖੁਸ਼ ਹਾਂ। ਤਾਂ ਰੱਬ ਕਹਿੰਦਾ ਜੀ ਉਹਦੀ ਚੀਜ਼ ਨੂੰ ਦੇਖ ਕੇ ਇੰਨਾ ਖੁਸ਼ ਹੈ ਤਾਂ ਜਦੋਂ ਇਹਨੂੰ ਆਪਣੇ ਆਪ ਨੂੰ ਮਿਲੇਗੀ ਕਿੰਨਾ ਖੁਸ਼ ਹੋਏਗਾ। ਇਸ ਲਈ ਮੈਂ ਇਹਦਾ ਬਾਪ ਹਾਂ, ਇਹਨੂੰ ਖੁਸ਼ੀ ਦੇਵਾਂ। ਫਿਰ ਰੱਬ ਸਾਨੂੰ ਦੇ ਦਿੰਦਾ, ਉਹ ਜ਼ਿਆਦਾ ਦਿੰਦਾ ਹੈ, ਉਹਦੇ ਨਾਲੋਂ ਜ਼ਿਆਦਾ ਦਿੰਦਾ ਹੈ। ਜੇ ਉਹਦੀ ਇੰਨੀ ਕੁ ਬਾਂਹ ਟੁੱਟੀ ਹੋਵੇ ਤਾਂ ਸਾਡੀ ਪੂਰੀ ਟੁੱਟ ਜਾਣੀ ਹੈ, ਕਿਉਂਕਿ ਸਾਨੂੰ ਰੱਬ ਨੇ ਜ਼ਿਆਦਾ ਹੀ ਦੇਣੀ ਹੈ। ਜੇ ਤਾਂ ਛੋਟੀ ਗੋਲੀ ਸੀ ਵੱਡੀ ਹੋ ਕੇ ਆ ਗਈ। ਇਸ ਲਈ ਇਹ ਗੱਲ ਸਿਰਫ ਇਸ ਲਈ ਨਹੀਂ ਦੱਸ ਰਹੇ ਕਿ ਤੁਸੀਂ ਹੱਸੋ, ਇਹ ਗੱਲ ਇਸ ਲਈ ਦੱਸ ਰਹੇ ਹਾਂ ਕਿ ਸੁਣ ਕੇ ਆਪਣੇ ਜੀਵਨ 'ਚ ਬਦਲਾਵ ਲਿਆਓ ਕਿ ਅੱਜ ਤੋਂ ਬਾਅਦ ਅਸੀਂ ਕਿਸੇ ਵਾਸਤੇ ਵੀ ਕੋਈ ਬੁਰਾ ਸ਼ਬਦ ਨਹੀਂ ਬੋਲਣਾ। ਯਾਦ ਰੱਖਣਾ।
ਔਰ ਇਦਾਂ ਦੇ ਕਈ ਰਿਜ਼ਲਟ ਇਦਾਂ ਦੇ ਬੜੇ ਮਾਲਕਾਂ ਦੇ ਸਮੇਂ ਦੀ ਗੱਲ ਹੈ। ਇੱਕ ਔਰਤ ਆਈ, ਉਹਦਾ 12 ਕੁ ਸਾਲ ਦਾ ਬੱਚਾ ਸੀ। ਹੁਣ 12 ਕੁ ਸਾਲ ਦਾ ਬੱਚਾ ਸੀ, ਉਹ ਬੱਚੇ ਨੂੰ ਦੋ ਤਕਲੀਫਾਂ ਸੀ। ਇੱਕ ਤਾਂ ਉਹਦੀ ਅੱਖਾਂ ਭੈਂਗੀਆਂ ਸੀ ਥੋੜੀਆਂ ਜੀਆਂ। ਉਹ ਜਿਸਲੇ ਉਹ ਦੂਸਰਾ ਬਾਥਰੂਮ ਕਰਦਾ ਸੀ ਤਾਂ ਲੜਕੇ ਦਾ ਬਾਥਰੂਮ ਜਿਹੜਾ ਪਿੱਛੇ ਨੂੰ ਜਾਂਦਾ ਸੀ। ਬੋਲੋ ਸਮਝਦੇ ਹੋ ਕਿ ਨਹੀਂ? ਉਹਨੇ ਆ ਕੇ ਮਾਲਕਾ ਕੋ ਬੇਨਤੀ ਕੀਤੀ ਕਿ ਮਾਲਕੋ ਪਹਿਲੀ ਵਾਰ ਆਏ, ਰਹਿਮਤ ਕਰੋ। ਮਾਲਕਾ ਨੇ ਅੱਖਾਂ ਬੰਦ ਕੀਤੀਆਂ ਤਾਂ ਅੱਖਾਂ ਖੋਲ ਕੇ ਮਾਲਕ ਕਹਿਣ ਲੱਗੇ, ਬੀਬੀ ਯਾਦ ਹੈ ਕੁਛ ਤੈਨੂੰ? ਕਹਿੰਦੀ ਕੀ? ਕਹਿੰਦੇ ਤੁਹਾਡੇ ਜਦੋਂ ਤੇਰੀ ਸ਼ਾਦੀ ਨਹੀਂ ਹੋਈ ਸੀ ਨਾ, ਤਾਂ ਤੁਹਾਡੇ ਗੁਆਂਢ 'ਚ ਇੱਕ ਪਰਿਵਾਰ ਸੀ, ਉਹਦਾ ਇੱਕ ਬੱਚਾ ਸੀ, ਉਹਦੀਆਂ ਅੱਖਾਂ ਭੈਂਗੀਆਂ ਸੀ। ਤਾਂ ਤੂੰ ਕੀ ਕਹਿੰਦੀ ਹੁੰਦੀ ਸੀ? ਆਹ ਦੇਖ, ਇਹ ਭੈਂਗਾ ਆ ਗਿਆ, ਦੇਖ ਇਹ ਬਾਥਰੂਮ ਕਰਦਾ ਊਂਠ ਵਾਂਗੂ ਬਾਥਰੂਮ ਕਰਦਾ, ਇਹ ਯਾਨੀ ਪਿਸ਼ਾਬ ਕਰਦਾ ਊਂਠ ਵਾਂਗੂ। ਕਹਿੰਦੇ ਉਹ ਤੂੰ ਉਹਨੂੰ ਨਿੰਦਦੀ ਸੀ ਨਾ, ਤਾਂ ਕੁਦਰਤ ਨੇ ਤੈਨੂੰ ਔਲਾਦ ਦਿੱਤੀ ਤਾਂ ਉਹ ਸਾਰੇ ਗੁਣ ਤੇ ਚ ਪਾ ਕੇ ਭੇਜੇ। ਜਰਾ ਯਾਦ ਰੱਖਣਾ, ਕਿਉਂਕਿ ਤਾਂ ਹੀ ਕਹਿੰਦੇ ਜੈਸਾ ਬੀਜੇ ਸੋ ਲੁਣੇ ਕਰਮਾ ਸੰਦਰਾ ਖੇਤ। ਜੇ ਅੱਜ ਤੁਸੀਂ ਕਿਸੇ ਨੂੰ ਦੇਖ ਕੇ ਮਜ਼ਾਕ ਉਡਾਉਂਦੇ ਹੋ ਨਾ, ਉਹ ਦੇਖ ਲੈ ਕਿੱਦਾਂ ਠੋਕਰਾਂ ਖਾਂਦਾ, ਉਹ ਦੇਖ ਲੈ ਉਹਨੂੰ ਤੁਰਨਾ ਨਹੀਂ ਆਉਂਦਾ। ਤਾਂ ਯਾਦ ਰੱਖੋ, ਜਲਦੀ ਤੁਹਾਡੀ ਚਾਲ ਵੀ ਕੁਦਰਤ ਨੇ ਵਿਗਾੜ ਦੇਣੀ ਹੈ। ਇਸ ਲਈ ਮਜ਼ਾਕ ਨਾ ਕਰੋ ਕਿਸੇ ਦਾ ਮਜ਼ਾਕ ਨਾ ਉਡਾਓ। ਕਿਉਂਕਿ ਇੱਕ ਗੱਲ ਹਮੇਸ਼ਾ ਯਾਦ ਰੱਖੋ, ਚਾਹੇ ਕੋਈ ਅਮੀਰ ਹੈ ਗਰੀਬ ਹੈ, ਅਮੀਰ ਦਾ ਤਾਂ ਬੰਦਾ ਮਜ਼ਾਕ ਹੁੰਦੇ ਨਹੀਂ ਉਡਾਉਂਦਾ ਕਿ ਲੈ ਵੀ ਅਮੀਰ ਦਾ ਮਜ਼ਾਕ ਉਡਾਇਆ ਤਾਂ ਮਹਿੰਗਾ ਪੈ ਜਾਏਗਾ। ਤਾਂ ਇਹ ਵੀ ਯਾਦ ਰੱਖੋ कि अमीर को जे पैसा है ना, अमीर को जे शक्ति है, तो गरीब का मजाक भी ना उड़ाओ, क्योंकि गरीब का भी रब देखता है। समझते हो कि नहीं? सबनों तो उही बनाने वाला है। इसलिए असीं क्या कुछ पॉइंट दसने हैं तुहानूं, ताकि तुसीं उन्हां पॉइंटां नूं समझ के अपने जीवन नूं सीख सको। क्योंकि पॉइंट उही जिहनूं हुणे ही सीख सकदे हो तुसीं। इहदे वास्ते कोई महीनों की प्रैक्टिस करने की लोड़ नहीं है कि मैं घर जाके प्रैक्टिस करूंगा। कोई साइकिल चलाना नहीं है, गड्डी चलानी नहीं है कि मैनूं महीना प्रैक्टिस करनी पेगी फिर आनी है। ਇਹ ਤਾਂ ਹੁਣੇ ਹੀ ਹੋ ਜਾਏਗੀ ਜੇ ਹੁਣੇ ਹੀ ਤੁਸੀਂ ਅੰਦਰ ਫੈਸਲਾ ਲੈ ਲਵੋ। ਅੱਜ ਤੋਂ ਮੈਂ ਆਪਣੇ ਆਪ ਨਾਲ ਵਾਅਦਾ ਕਰਦਾ ਹਾਂ, ਆਪਣੇ ਅੰਦਰ ਬੈਠੇ ਆਪਣੇ ਮਾਲਿਕ ਨਾਲ ਵਾਅਦਾ ਕਰਦਾ ਹਾਂ ਕਿ ਅੱਜ ਤੋਂ ਮੈਂ ਬੁਰਾ ਸੋਚਣਾ ਨਹੀਂ ਹੈ, ਬੁਰਾ ਬੋਲਣਾ ਨਹੀਂ ਹੈ ਔਰ ਬੁਰਾ ਕਰਨਾ ਨਹੀਂ ਹੈ। ਅੱਜ ਹੀ ਫੈਸਲਾ ਕਰ ਲਓ, ਅੱਜ ਤੋਂ मैं सोचना भी अच्छा है, अपने वास्ते भी और सब दे वास्ते। बोलो समझते हो कि नहीं? सब दे वास्ते अच्छा सोचन दा। बोलो कर दे हो कि नहीं फैसला? अज ਜੇ ਜੀਵਨ 'ਚ ਖੁਸ਼ੀਆਂ ਚਾਹੀਦੀਆਂ ਫੈਸਲਾ ਕਰਨਾ ਪੈਣਾ ਹੈ। नहीं तो याद रखो, जिदा पहले ही दसिया, मुफलिस वो नहीं जिसके पास माल नहीं होता, मुफलिस तो वो है जिसके पास नेक अमाल नहीं होता। जे तुहाडे जीवन 'ਚ नेक अमाल है नहीं तो फिर तुसी गरीब हो, फिर तुहानू कोई अमीर कर ही नहीं सकता। तो जे तुसी अज ही अपनी मुफलिसी, अपनी गरीबी, अपनी निर्धनता, अपने दुखों को दूर करना चाहते हो तो अज ही फैसला ले लो, मैं दिमाग 'ਚ भी अच्छा सोचना है, मेरे थॉट भी पॉजिटिव होण, अच्छे होण, मेरे बोल भी अच्छे होण, मेरी करनी भी की होवे, अच्छी होवे। सब्सक्राइब कीजिए सर्व संध्या दरबार कांटिया शरीफ चैनल को और बेल आइकन दबाइए मालिक जी के लेटेस्ट सत्संग की वीडियो को सबसे पहले देखने के लिए।